पंजाब दे पानी डूंगे हो रहे हैं, ये कोई शक नहीं है। ये बहुत वड्डी दिक्कत है जो सानू आने वाले समय परेशान करने वाली है। मैं पिछले कुछ दिनों तो अपने पिंड गया तो उत्थे देखा कि डूंगे तो डूंगे बोर किए जा रहे हैं। सो मैं सोचा इस ते थोड़ी जी स्टडी करी। मैं पाया कि पंजाब दी जिहड़ी खेती दी समस्यावां ने वो बहुत हद तक सिंपल ने। 85% तो ज़्यादा जिहड़ा एरिया है उहदे च असीं झोना ते कणक बीजते हैं। सो 2020-21 विच 31.5 ਲੱਖ ਹੈਕਟੇਅਰ ਤੇ ਨਾਲ ਹੀ 35.1 ਲੱਖ ਹੈਕਟੇਅਰ ਇਹਨਾਂ ਦੋਵਾਂ ਦੇ ਅੰਡਰ ਸੀਗਾ, ਯਾਨੀ ਕਿ ਝੋਨਾ ਤੇ ਕਣਕ। ਜਿਹੜਾ 31.5 ਲੱਖ ਝੋਨੇ ਦੇ ਅੰਡਰ ਹੈ ਉਹਦੇ 'ਚ 4 ਲੱਖ ਹੈਕਟੇਅਰ ਜਿਹੜਾ ਹੈ ਉਹ ਬਾਸਮਤੀ ਹੈ ਤੇ 27 ਤੋਂ ਵੀ ਜ਼ਿਆਦਾ ਪ੍ਰਤੀਸ਼ਤ, ਲਗਭਗ 28% ਜਿਹੜਾ ਹੈ ਉਹ ਨੌਨ ਬਾਸਮਤੀ ਹੈ। ਸੋ ਪੰਜਾਬ ਨੂੰ ਇਹ 'ਚ ਕੋਈ ਸ਼ੱਕ ਨਹੀਂ, ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਝੋਨਾ ਜਿਹੜਾ ਹੈ ਉਹ ਘਟਾਉਣਾ ਪਏਗਾ। ਮਾਹਿਰ ਕਹਿੰਦੇ ਨੇ ਕਿ 15 ਲੱਖ ਹੈਕਟੇਅਰ ਤੋਂ ਥੱਲੇ ਲਿਆਉਣਾ ਪਏਗਾ, ਜਿਹਦੇ ਚੋਂ 5 ਤੋਂ 6 ਲੱਖ ਹੈਕਟੇਅਰ ਬਾਸਮਤੀ ਤੇ 9 ਤੋਂ 10 ਲੱਖ ਹੈਕਟੇਅਰ ਨੌਨ ਬਾਸਮਤੀ ਹੋਣਾ ਚਾਹੀਦਾ। ਕਣਕ ਦਾ 30 ਲੱਖ ਹੈਕਟੇਅਰ ਹੈ ਇਹ ਅੰਦਾਜ਼ਾ, ਜਿਹੜਾ ਅਗਲੇ 5 ਸਾਲਾਂ ਦੇ ਵਿੱਚ ਅਚੀਵ ਕਰਨ ਦੀ ਲੋੜ ਹੈ। ਝੋਨੇ 'ਚ ਵੀ ਜੇ ਗੱਲ ਕਰੀਏ ਤਾਂ ਸਿਰਫ ਏਕੜ ਘਟਾਉਣ ਦੀ ਲੋੜ ਨਹੀਂ ਹੈ, ਪਰ ਡਾਇਰੈਕਟ ਸੀਡਿੰਗ, ਸਿੱਧਾ ਬੀਜ ਲਾਉਣ ਦੀ ਲੋੜ ਹੈ, ਕਿਉਂਕਿ ਇਸ ਵੇਲੇ ਟਰਾਂਸਪਲਾਂਟਿੰਗ ਚੱਲ ਰਹੀ ਹੈ। ਕਿਉਂਕਿ ਜਿਹੜਾ ਡਾਇਰੈਕਟ ਲਾਇਆ ਹੋਇਆ ਝੋਨਾ ਹੈ ਉਹਦੇ 'ਚ ਕੋਈ ਨਰਸਰੀ ਨਹੀਂ ਤਿਆਰ ਕਰਨੀ ਪੈਂਦੀ, ਟਰਾਂਸਪਲਾਂਟੇਸ਼ਨ ਨਹੀਂ ਹੈ ਤੇ ਇੰਨਾ ਪਾਣੀ ਨਹੀਂ ਦੇਣਾ ਪੈਂਦਾ। ਸੋ ਜੇ ਅਸੀਂ ਆ ਕਰ ਲਈਏ ਤਾਂ ਲਗਭਗ 30% ਪਾਣੀ ਇੱਥੋਂ ਹੀ ਬਚ ਸਕਦਾ। ਨਾਲ ਹੀ ਕਿਸਾਨਾਂ ਨੂੰ ਜੇ ਆਪਾਂ ਦੇਖੀਏ ਤਾਂ ਉਹਨਾਂ ਨੂੰ ਇਹ ਫਾਇਦਾ ਹੈ ਕਿ ਟਰਾਂਸਪਲਾਂਟੇਸ਼ਨ ਦੀ ਜਿਹੜੀ ਲੇਬਰ ਨੂੰ ਪੈਸੇ ਦੇ ਰਹੇ ਆ ਤੇ ਨਰਸਰੀ ਬਣਾਉਣ ਦਾ ਜਿਹੜਾ ਟਾਈਮ ਹੈ, ਇਹ ਦੋਵੇਂ ਚੀਜ਼ਾਂ ਬਚ ਸਕਦੀਆਂ ਤੇ ਨਰਸਰੀ ਬਚਾਉਣ ਦਾ ਜਿਹੜਾ ਟਾਈਮ ਹੈ ਉਹ ਦੋਵੇਂ ਬਚ ਸਕਦੇ ਆ। ਇਸ ਵੇਲੇ ਹਰਬੀਸਾਈਡ ਟੋਲਰੈਂਟ ਤੇ ਨੌਨ ਜੈਨੇਟਿਕਲੀ ਮੋਡੀਫਾਈਡ ਜਿਹੜੇ ਝੋਨੇ ਦੀਆਂ ਵੈਰਾਈਟੀਆਂ ਨੇ ਉਹ ਹੈਗੀਆਂ ਨੇ ਜਿਨ੍ਹਾਂ ਨੂੰ ਡਾਇਰੈਕਟ ਲਾਇਆ ਜਾ ਸਕਦਾ ਹੈ, ਜਿਵੇਂ ਕਿ ਅਸੀਂ ਕਣਕ ਲਾਉਂਦੇ ਹਾਂ, ਕੁਝ ਜ਼ਿਆਦਾ ਫਰਕ ਨਹੀਂ ਉਹਦੇ 'ਚ। ਪਰ ਬਾਰ-ਬਾਰ ਇਹੀ ਗੱਲ ਕਿ ਜੇ ਝੋਨਾ ਨਾ ਲਾਈਏ ਤਾਂ ਕੀ ਲਾਇਆ ਜਾਵੇ, ਝੋਨਾ ਤੇ ਕਣਕ ਵੀ। ਜਿਹੜੇ ਆਲਟਰਨੇਟਿਵਸ ਨੇ ਉਹ ਹੈਗਾ ਕਪਾਹ, ਅਰਹਰ, ਸੋਇਆਬੀਨ, ਮੱਕੀ ਤੇ ਹੋਰ ਕਈ ਇਹੋ ਜਿਹੀਆਂ ਦਾਲਾਂ ਤੇ ਆਇਲ ਸੀਡਸ ਜਿਹਨੂੰ ਕਹਿੰਦੇ ਆ। ਇੱਕ ਸਮਾਂ ਸੀਗਾ ਜਦੋਂ ਮੱਕੀ ਮੇਨ ਕ੍ਰੌਪ ਸੀ ਪੰਜਾਬ ਦੀ। ਇਹ ਤਾਂ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਅਸੀਂ ਕਣਕ ਤੇ ਝੋਨੇ ਵੱਲ ਇੰਨਾ ਜ਼ਿਆਦਾ ਆ ਗਏ। ਜੇ ਕਣਕ ਦੀ ਗੱਲ ਕਰੀਏ ਤਾਂ ਮਸਟਰਡ ਤੇ ਚਨਾ ਜਿਹੜਾ ਹੁੰਦਾ, ਸਰੋਂ ਤੇ ਚਨਾ, ਇਹਨੂੰ ਰਿਪਲੇਸ ਕਰ ਸਕਦੇ ਆ। ਹੁਣ ਕੁਝ ਗੱਲਾਂ ਨੇ ਇਸ 'ਚ। ਕਪਾਹ ਦੀ ਗੱਲ ਕਰੀਏ ਤਾਂ 7 ਲੱਖ ਹੈਕਟੇਅਰ ਏਰੀਆ ਜਿਹੜਾ ਸੀਗਾ ਪੰਜਾਬ 'ਚ 1990-91 ਤੱਕ ਉਹ ਸੀਗਾ ਕਪਾਹ। ਹੁਣ ਉਹ ਘਟ ਕੇ ਸਿਰਫ 2.5 ਲੱਖ ਹੈਕਟੇਅਰ ਰਹਿ ਗਏ। ਸੋ ਥੋੜੀ ਜਿਹੀ ਜੇ ਤੇ ਜ਼ੋਰ ਲਾਇਆ ਜਾਵੇ ਤਾਂ 5 ਲੱਖ ਹੈਕਟੇਅਰ ਹੋਰ ਵਾਪਸ ਲਿੱਤਾ ਜਾ ਸਕਦਾ ਹੈ ਇਹਦੇ ਅੰਡਰ। ਖਾਸ ਕਰਕੇ ਮਾਲਵਾ ਦਾ ਜਿਹੜਾ ਕੁਝ ਏਰੀਆ ਜਿਹ 'ਚ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਇਹ ਜਿਹੜਾ ਏਰੀਆ ਹੈ ਉੱਥੇ ਆ ਹੋ ਸਕਦਾ। ਦੂਜਾ ਸਭ ਤੋਂ ਇੰਪੋਰਟੈਂਟ ਗੱਲ, ਪੰਜਾਬ ਦਾ ਕਿਸਾਨ ਇਹਨਾਂ ਫਸਲਾਂ ਵੱਲ ਤਾਂ ਆਏਗਾ ਜਿਨ੍ਹਾਂ ਦੀ ਯੀਲਡ ਵਧੂਗੀ ਤੇ ਇਹਨੂੰ ਜ਼ਿਆਦਾ ਕਮਾ ਕੇ ਦੇਣਗੇ, ਕਿਉਂਕਿ ਇਸ ਵੇਲੇ ਮੇਨ ਕਮਾਈ ਯੀਲਡ ਦੇ ਨਾਲ ਵੀ ਤੇ MSP ਦੇ ਹਿਸਾਬ ਨਾਲ ਵੀ ਸਿਰਫ ਕਣਕ ਤੇ ਝੋਨੇ ਵੱਲੋਂ ਹੈ। ਸੋ ਜੇ ਪਰ ਹੈਕਟੇਅਰ ਦੀ ਗੱਲ ਕਰੀਏ ਤਾਂ ਸਟੇਟ ਦੀ ਐਵਰੇਜ ਨੌਨ ਬਾਸਮਤੀ ਲਈ 70 ਕੁਇੰਟਲ ਪ੍ਰਤੀ ਹੈਕਟੇਅਰ ਹੈ ਤੇ 50 ਕੁਇੰਟਲ ਹੈ ਕਣਕ ਲਈ। MSP ਦੀ ਗੱਲ ਕਰ ਲਈਏ ਤਾਂ ਝੋਨੇ ਦਾ 1960 ਰੁਪਏ ਪਰ ਕੁਇੰਟਲ ਤੇ 2015 ਰੁਪਏ ਪਰ ਕੁਇੰਟਲ ਹੈ ਕਣਕ ਦਾ। ਤੇ ਜੇ ਪਰ ਹੈਕਟੇਅਰ ਕਿੰਨਾ ਖਰਚਾ ਆਉਂਦਾ ਇਹਨੂੰ ਸਾਰੇ ਕੁਝ ਨੂੰ, ਇਹ ਫਸਲ ਨੂੰ ਉਗਾਉਣ ਦਾ, ਤਾਂ ਰਫਲੀ 62,500 ਆਉਂਦਾ ਹੈ ਝੋਨੇ ਦਾ ਤੇ 37,500 ਆਉਂਦਾ ਹੈ ਕਣਕ ਦਾ। ਤੇ ਜਿਹੜੀ ਰਿਟਰਨ ਹੈ ਉਹ ਵੀ ਫਿਰ 63,000 ਤੋਂ 75,000 ਪ੍ਰਤੀ ਹੈਕਟੇਅਰ ਦੀ ਐਵਰੇਜ ਮੰਨੀ ਜਾਂਦੀ ਹੈ। ਹੁਣ ਇਹਦੇ ਨਾਲ ਜੇ ਕੋਈ ਵੀ ਆਲਟਰਨੇਟਿਵ ਕ੍ਰੌਪ ਆਣੀ ਹੈ ਤਾਂ ਉਹਨੂੰ ਇਹਦੇ ਨਾਲ ਦੇ ਰਿਟਰਨ ਕਿਸਾਨ ਨੂੰ ਦੇਣੇ ਪੈਣਗੇ। ਕਿਸਾਨ ਤਾਂ ਹੀ ਇਹਨੂੰ ਉਗਾਉਣ ਲਈ ਪ੍ਰੇਰਿਤ ਹੋ ਸਕਦਾ। ਸੋ ਇਹਦੇ ਹੁਣ ਹੱਲ ਬਹੁਤ ਨਿਕਲ ਰਹੇ ਨੇ, ਕਿਉਂਕਿ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਟਿਊਟ ਨੇ ਕਈ ਹਰਬੀਸਾਈਡ ਟੋਲਰੈਂਟ, ਜਿਵੇਂ ਪਹਿਲਾਂ ਵੀ ਗੱਲ ਕੀਤੀ, ਜਿਹੜੇ ਡਾਇਰੈਕਟ ਸੀਡਿੰਗ ਹੋ ਸਕਦੀ ਹੈ ਝੋਨੇ ਦੀ ਵੈਰਾਈਟੀਆਂ, ਉਹ ਡਿਵੈਲਪ ਹੋ ਚੁੱਕੀਆਂ ਨੇ। ਇਹਦੇ 'ਚ ਅਰਹਰ ਵਰਗੀਆਂ ਹੋਰ ਵੀ ਵੈਰਾਈਟੀਆਂ ਕਈ ਚੀਜ਼ਾਂ ਦੀਆਂ ਨੇ, ਅਰਹਰ ਤੇ ਫਿਰ ਚਨੇ ਦੀਆਂ ਹੋਰ ਵੈਰਾਈਟੀਆਂ, ਜਿਨ੍ਹਾਂ ਦੀ ਯੀਲਡ ਜਿਹੜੀ ਹੈ ਉਹ ਐਵਰੇਜ 20 ਤੋਂ 25 ਕੁਇੰਟਲ ਪ੍ਰਤੀ ਹੈਕਟੇਅਰ ਨਿਕਲ ਸਕਦੀ ਹੈ। ਜਿੰਨੀ ਉਹਨਾਂ ਦੀ MSP ਹੈ ਉਹਦੇ ਹਿਸਾਬ ਨਾਲ 6300 ਪਰ ਕੁਇੰਟਲ ਦੀ ਕਮਾਈ ਹੋ ਸਕਦੀ ਹੈ ਤੇ
ਜਿਹੜੀ ਉਗਾਉਣ ਦੀ ਕਾਸਟ ਹੈ ਉਹ ਵੀ ਸਿਰਫ 25,000 ਪਰ ਹੈਕਟੇਅਰ। ਸੋ ਜੇ ਰਿਟਰਨ ਦੇਖੀਏ ਇਹਦੇ ਚੋਂ ਕਿੰਨੀ ਆ ਰਹੀ ਹੈ ਤਾਂ ਉਹ 1 ਲੱਖ ਪ੍ਰਤੀ ਹੈਕਟੇਅਰ ਹੋ ਸਕਦੀ ਹੈ, ਜਿਹੜੀ ਝੋਨੇ ਤੇ ਕਣਕ ਤੋਂ ਕਿਤੇ ਜ਼ਿਆਦਾ। ਸੋ ਜੇ ਆਵਲੀਆਂ ਕੈਲਕੂਲੇਸ਼ਨਸ ਤੋਂ ਕੁਝ ਤੁਹਾਨੂੰ ਸਮਝ ਆਇਆ ਜਾਂ ਜੇ ਇਹਨਾਂ ਦੀ ਸੈਂਸ ਬਣਦੀ ਹੈ ਤਾਂ ਸਰਕਾਰ ਨੂੰ ਵੀ ਇਹਨਾਂ ਵਾਂਗ MSP ਜਿਹੜੀ ਲਾਗੂ ਪੰਜਾਬ 'ਚ ਤਾਂ ਹੈ ਕਣਕ ਤੇ ਝੋਨੇ ਦੀ, ਉਵੇਂ ਦੀ MSP ਡਿਕਲੇਅਰ ਕਰਨੀ ਪਏਗੀ, ਕਿਉਂਕਿ ਉਸ ਤੋਂ ਬਾਅਦ ਹੀ ਪੰਜਾਬ ਦੇ ਕਿਸਾਨ ਤੋਂ ਇਹ ਉਮੀਦ ਹੋ ਸਕਦੀ ਹੈ ਕਿ ਉਹ ਦਾਲਾਂ ਜਾਂ ਇਹੋ ਜਿਹੀਆਂ ਚੀਜ਼ਾਂ ਹੋਰ ਉਗਾਵੇ। ਕਿਉਂਕਿ ਜੇ MSP ਦੀ ਅਸ਼ੋਰੈਂਸ ਨਹੀਂ ਹੋਏਗੀ ਤਾਂ ਉਸ ਤੋਂ ਬਿਨਾਂ ਤੁਸੀਂ ਕੁਝ ਵੀ ਕਰ ਲਓ, ਕਿਸਾਨ ਇਹਨੂੰ ਨਹੀਂ ਉਗਾਏਗਾ। ਸੋ ਇਹੀ ਗੱਲਾਂ ਜੇ ਆਇਲ ਸੀਡਸ ਦੀ ਗੱਲ ਕਰ ਲਈਏ ਤਾਂ ਸੇਮ ਨੇ, ਪਰ ਆਇਲ ਸੀਡਸ ਦੀ ਗੱਲ ਇਹ ਹੈ ਕਿ ਯੀਲਡ ਬੜੀ ਘੱਟ ਹੁੰਦੀ ਹੈ। ਕਿਉਂਕਿ ਜੇ ਪੰਜਾਬ ਦੀ ਗੱਲ ਕਰੀਏ ਤਾਂ ਸਰੋਂ ਦੀ ਸਿਰਫ 15 ਕੁਇੰਟਲ ਪ੍ਰਤੀ ਹੈਕਟੇਅਰ ਦੀ ਯੀਲਡ ਹੈ। ਸੋਇਆਬੀਨ ਦੀਆਂ ਕੁਝ ਵੈਰਾਈਟੀਆਂ 20 ਕੁਇੰਟਲ ਪਰ ਹੈਕਟੇਅਰ ਵੱਧ ਤੋਂ ਵੱਧ ਦੇ ਦਿੰਦੀਆਂ ਨੇ। ਸੋ ਇੱਕ ਚਾਂਸ ਹੈ ਇੱਕ ਨਵੀਂ ਸਰਕਾਰ ਕੋਲ ਵੀ, ਤੇ ਵੈਸੇ ਵੀ ਇਸ ਵੇਲੇ ਜਿਸ ਤਰ੍ਹਾਂ ਦੀ ਡਿਵੈਲਪਮੈਂਟ ਹੋ ਰਹੀ ਹੈ, ਤੇ ਕਿਉਂਕਿ ਹੁਣ ਅਸੀਂ ਸਮਝਣ ਲੱਗ ਗਏ ਹਾਂ ਕਿ ਕਿਸਾਨੀ 'ਚ ਦਿੱਕਤਾਂ ਬਹੁਤ ਨੇ, ਇਹਨਾਂ ਨੂੰ ਕਿਵੇਂ ਸਹੀ ਕੀਤਾ ਜਾ ਸਕਦਾ ਹੈ, ਉਹਦੇ ਆਹ ਕੁਝ ਰੋਡ ਮੈਪਸ ਨੇ। ਤੇ ਇਸ ਤੋਂ ਇਲਾਵਾ ਹੋਰ ਕਈ ਐਕਸਪਰਟਸ ਸਾਡੇ ਬੈਠੇ ਨੇ ਜਿਨ੍ਹਾਂ ਦੀ ਮਦਦ ਲੈ ਕੇ ਕਿਸਾਨਾਂ ਨੂੰ ਜੇ ਇਨਸੈਂਟੀਵਾਈਜ਼ ਕੀਤਾ ਜਾਵੇ ਤਾਂ ਉਹ ਇਹਨਾਂ ਕ੍ਰੌਪਸ ਵੱਲ ਸ਼ਿਫਟ ਹੋ ਸਕਦੇ ਨੇ। ਜਿਹੜਾ ਕ੍ਰੌਪ ਡਾਈਵਰਸਿਫਿਕੇਸ਼ਨ ਦਾ ਵੈਸੇ ਪਲਾਨ ਦਿੱਤਾ ਗਿਆ ਹੈ ਉਹ ਕਦੀ ਵੀ ਸੈਂਟਰ ਦੀ ਸਪੋਰਟ ਤੋਂ ਬਿਨਾਂ ਸਕਸੈਸਫੁਲ ਨਹੀਂ ਹੋ ਸਕਦਾ, ਕਿਉਂਕਿ MSP ਤੇ ਪ੍ਰੋਕਿਉਰਮੈਂਟ ਇਹ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ। ਹੁਣ ਜ਼ਰੂਰੀ ਨਹੀਂ ਕਿ MSP ਤੇ ਪ੍ਰੋਕਿਉਰਮੈਂਟ ਦੋਨੋਂ ਹੀ ਸੈਂਟਰ ਵੱਲੋਂ ਹੀ ਆਣ, ਪਰ ਸੈਂਟਰ ਨੂੰ ਰੈਗੂਲੇਟ ਵੀ ਕਰ ਸਕਦਾ, ਚਾਹੇ ਉਹ ਪ੍ਰਾਈਵੇਟ ਪਲੇਅਰ ਹੀ ਕਿਉਂ ਨਾ ਚੱਕੇ। ਇਸ ਕਰਕੇ ਚਾਹੇ ਦਾਲਾਂ ਹੋਣ, ਆਇਲ ਸੀਡਸ ਹੋਣ, ਮੱਕੀ ਹੋਵੇ, ਕਪਾਹ ਹੋਵੇ, ਜੇ ਉਹਨੇ ਰਿਪਲੇਸ ਕਰਨਾ ਹੈ ਝੋਨੇ ਤੇ ਕਣਕ ਨੂੰ ਤਾਂ MSP ਤੇ ਪ੍ਰੋਕਿਉਰਮੈਂਟ ਇਹਨਾਂ ਤੇ ਜ਼ੋਰ ਦੇਣਾ ਪਏਗਾ, ਕਿਉਂਕਿ ਮੇਨ ਤਾਂ ਤੁਹਾਡਾ ਸਟੇਕ ਹੋਲਡਰ ਵਿੱਚ ਕਿਸਾਨ ਹੀ ਹੈ। ਕਿਸਾਨ ਨੂੰ ਤੁਸੀਂ ਹੋਰ ਕਿਸੇ ਵੀ ਤਰ੍ਹਾਂ ਕੋਸ਼ਿਸ਼ ਕਰੋਗੇ ਉਹ ਕਨਵਿੰਸ ਨਹੀਂ ਹੋਏਗਾ। ਇਹੀ ਇੱਕ ਤਰੀਕਾ ਹੈ ਉਹਨੂੰ ਇਨਸੈਂਟੀਵਾਈਜ਼ ਕਰਨ ਦਾ। ਤੇ ਜਿਵੇਂ ਕਿ ਅਸੀਂ ਦੇਖਿਆ ਇਹ ਹੋਰ ਫਾਇਦੇਮੰਦ ਵੀ ਹੋਏਗਾ। ਇੰਡੀਆ ਨੂੰ ਇਹ ਚੀਜ਼ਾਂ ਇੰਨੀਆਂ ਇੰਪੋਰਟ ਹੀ ਨਹੀਂ ਕਰਨੀਆਂ ਪੈਣਗੀਆਂ। ਇਸ ਵੇਲੇ ਜਿਹੜੇ ਐਡੀਬਲ ਆਇਲਸ ਨੇ, ਜਿਹੜੇ ਤੇਲ ਨੇ, ਬੀਜ ਦੇ ਤੇਲ, ਉਹ ਬਹੁਤ ਅਸਮਾਨੀ ਉਹਨਾਂ ਦੇ ਪ੍ਰਾਈਸਿਸ ਜਾ ਰਹੇ ਨੇ। ਉਹਦਾ ਕਾਰਨ ਵੀ ਇਹੀ ਹੈ ਕਿ ਉਹ ਇੰਪੋਰਟ ਕੀਤੇ ਜਾਂਦੇ ਆ ਤੇ ਰਸ਼ੀਆ ਵੀ ਉਹਨਾਂ ਚੋਂ ਇੱਕ ਬਹੁਤ ਵੱਡਾ ਐਕਸਪੋਰਟਰ ਹੈ ਜਿਹਦੇ ਤੋਂ ਅਸੀਂ ਵੀ ਲੈਂਦੇ ਆ। ਸੋ ਇਹਨਾਂ ਚੀਜ਼ਾਂ ਤੇ ਜੇ ਕੰਮ ਕੀਤਾ ਜਾਵੇ ਇਹਦੇ ਦੋਹਰੇ ਫਾਇਦੇ ਇਸ ਤਰ੍ਹਾਂ ਹੋ ਸਕਦੇ ਤੇ ਪੰਜਾਬ ਲਈ ਇਹੀ ਮੇਨ ਇਨਸੈਂਟਿਵ ਹੈ ਕਿ ਉਹਦੇ ਪਾਣੀ ਬਚ ਜਾਣਗੇ। ਤੇ ਕ੍ਰੌਪ ਡਾਈਵਰਸਿਫਿਕੇਸ਼ਨ ਇਸੇ ਲਈ ਹੁਣ ਤੱਕ ਕਿਸਾਨ ਨਹੀਂ ਸੀ ਕਰ ਰਹੇ ਕਿਉਂਕਿ ਨਾ ਐਸ਼ੋਰਡ MSP ਸੀ, ਨਾ ਹੀ ਪ੍ਰੋਕਿਉਰਮੈਂਟ ਸੀ, ਜਾਂ ਉਹ ਵੇਚਣ ਉਹਨੂੰ ਕਿੰਨਾ ਤੇ ਕਿੱਥੇ ਉਹਦੀ ਗੱਲ ਸੀ। ਉਹਦੇ ਨਾਲ ਮੈਂ ਤੁਹਾਨੂੰ ਕਈ ਫੈਕਟਰ ਦੱਸੇ ਜਿਹੜੇ ਯੀਲਡ ਨਾਲ ਸੰਬੰਧਿਤ ਨੇ ਤੇ ਕਿੰਨੀ ਲਾਗਤ ਲੱਗ ਰਹੀ ਹੈ ਉਸ ਫਸਲ ਨੂੰ ਉਗਾਉਣ ਲਈ, ਇਹ ਗੱਲਾਂ ਨੇ। ਸੋ ਅਵੇਅਰਨੈਸ ਤਾਂ ਜ਼ਰੂਰੀ ਹੈ ਹੀ ਹੈ, ਜਿਹੜੀ ਮੈਨੂੰ ਲੱਗਦਾ ਹੈ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕ੍ਰੌਪ ਡਾਈਵਰਸਿਫਿਕੇਸ਼ਨ ਕਰੀਏ, ਪਰ ਜਦ ਤੱਕ ਕਿਸਾਨਾਂ ਨੂੰ ਇਸ ਤਰ੍ਹਾਂ ਇਨਸੈਂਟੀਵਾਈਜ਼ ਨਹੀਂ ਕੀਤਾ ਜਾਏਗਾ ਬਹੁਤ ਮੁਸ਼ਕਿਲ ਹੈ। ਤੇ ਇਹਦੀ ਗੱਲ ਕਰਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੇ ਪਾਣੀ ਡੂੰਘੇ ਹੋ ਰਹੇ ਨੇ, ਅੱਗੇ ਬਹੁਤ ਜ਼ਿਆਦਾ ਦਿੱਕਤਾਂ ਪੰਜਾਬ ਨੂੰ ਤੇ ਬਾਕੀ ਸਾਰੇ ਦੇਸ਼ ਨੂੰ ਵੀ ਆਉਣ ਵਾਲੀਆਂ ਨੇ। ਜਾਂਦੇ ਜਾਂਦੇ ਇਹ ਵੀ ਗੱਲ ਕਿ ਜਿਹੜੇ ਪੰਜਾਬ ਦੇ ਪਾਣੀ ਦੂਜੇ ਸਟੇਟਸ ਜਾ ਰਹੇ ਨੇ, ਉਹਦਾ ਤੁਹਾਨੂੰ ਦੱਸ ਦੇਵਾਂ ਕਿ ਸਿਰਫ 33% ਪੰਜਾਬ ਕੋਲ ਹੈ, 67% ਬਾਕੀ ਸਟੇਟਾਂ ਨੂੰ ਜਾ ਰਿਹਾ। ਸੋ ਇਹ ਕਈ ਫੈਕਟਰਸ ਨੇ ਜਿਨ੍ਹਾਂ ਕਰਕੇ ਇੰਨੀ ਉਪਜਾਊ ਧਰਤੀ, ਇਸ ਵੇਲੇ 3 ਦਰਿਆਵਾਂ ਦਾ ਸਾਡਾ ਚੜ੍ਹਦਾ ਪੰਜਾਬ ਇਸੇ ਕਰਕੇ ਪਾਣੀ ਦੀ ਜੀ ਗੱਲ ਹੈ ਤਾਂ ਸਟਰਗਲ ਕਰ ਰਿਹਾ। ਉਮੀਦ ਕਰਦੇ ਹਾਂ ਇਸ ਤੇ ਕੁਝ ਐਕਸ਼ਨ ਛੇਤੀ ਹੀ ਲਿਆ ਜਾਊਗਾ। ਨਵੀਂ ਸਰਕਾਰ ਤੋਂ ਇਹ ਵੀ ਇੱਕ ਉਮੀਦ ਰੱਖੀਏ। ਸਤਿ ਸ਼੍ਰੀ ਅਕਾਲ।